गुड मॉर्निंग डियर स्टूडेंट्स। ਅੱਜ ਆਪਾਂ ਚੈਪਟਰ ਜਿਹੜਾ ਸੈਕੰਡ ਪੜ੍ਹ ਰਹੇ ਹਾਂ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ। ਇਸ ਵਿੱਚ ਅਸੀਂ ਤਾਪ ਸੋਖੀ ਅਤੇ ਤਾਪ ਨਿਕਾਸੀ ਕਿਰਿਆਵਾਂ ਜਿਹੜੇ ਇਹਨਾਂ ਬਾਰੇ ਪੜ੍ਹਾਂਗੇ। ਇਸ ਤੋਂ ਪਹਿਲਾਂ ਅਸੀਂ ਰਸਾਇਣਿਕ ਕਿਰਿਆਵਾਂ ਦੀਆਂ ਜਿਹੜੀਆਂ ਕਿਸਮਾਂ ਜਿਵੇਂ ਕਿ ਸੰਯੋਜਨ, ਵਿਘਟਨ, ਵਿਸਥਾਪਨ, ਦੂਹਰਾ ਵਿਸਥਾਪਨ ਇਹ ਤੋਂ ਪਹਿਲਾਂ ਵਾਲੇ ਲੈਕਚਰ ਵਿੱਚ ਅਸੀਂ ਪੜ੍ਹਿਆ ਸੀ। ਅੱਜ ਅਸੀਂ ਤਾਪ ਸੋਖੀ ਅਤੇ ਤਾਪ ਨਿਕਾਸੀ ਕਿਰਿਆਵਾਂ ਪੜ੍ਹਾਂਗੇ। ਸਾਡੇ ਚੈਪਟਰ ਦਾ ਬਹੁਤ ਹੀ ਇੰਪੋਰਟੈਂਟ ਪਾਰਟ ਹੈ। ਤਾਪ ਥੋੜਾ ਕੁਐਸਚਨ ਹੈ, ਤਾਪ ਸੋਖੀ ਅਤੇ ਤਾਪ ਨਿਕਾਸੀ ਕਿਰਿਆ ਤੋਂ ਕੀ ਭਾਵ ਹੈ, ਉਦਾਹਰਨ ਦੇ ਕੇ ਸਪਸ਼ਟ ਕਰੋ। ਜਿਹੜੀ ਸਾਡੀ ਤਾਪ ਸੋਖੀ ਕਿਰਿਆ ਹੈ, ਇਹ ਕਿਹੜੀ ਕਿਰਿਆ ਹੁੰਦੀ ਹੈ? ਜਿਹੜੀ ਕਿਰਿਆ ਵਿੱਚ ਤਾਪ ਊਰਜਾ ਨੂੰ ਸੋਖਿਆ ਜਾਂਦਾ ਹੈ, ਠੀਕ ਹੈ, ਉਹਨਾਂ ਨੂੰ ਤਾਪ ਸੋਖੀ ਕਿਰਿਆ ਕਹਿੰਦੇ ਆ। ਉਦਾਹਰਨ ਦੇ ਤੌਰ ਤੇ ਕੈਲਸ਼ੀਅਮ ਕਾਰਬੋਨੇਟ ਆ ਰਾਜੇ, ਜਦੋਂ ਇਹਨੂੰ ਤਾਪ ਮਿਲਦਾ ਹੈ, ਠੀਕ ਹੈ, ਜਦੋਂ ਇਹ ਤਾਪ ਸੋਖਦੀ ਹੈ, ਤਾਪ ਲੈਂਦੀ ਹੈ, ਕਿਹਦੇ ਵਿੱਚ ਟੁੱਟ ਜਾਂਦੀ ਹੈ? ਕੈਲਸ਼ੀਅਮ ਆਕਸਾਈਡ ਤੇ ਕਾਰਬਨ ਡਾਈਆਕਸਾਈਡ ਦੇ ਵਿੱਚ, ਠੀਕ ਹੈ ਨਾ। ਇਸੇ ਤਰ੍ਹਾਂ ਹੀ ਨਾਈਟ੍ਰੋਜਨ ਤੇ ਆਕਸੀਜਨ ਆ, ਜਦੋਂ ਇਹਨਾਂ ਨੂੰ ਤਾਪ ਮਿਲਦਾ ਤਾਂ ਇਹ ਨਾਈਟ੍ਰੋਜਨ ਆਕਸਾਈਡ ਬਣਾ ਲੈਂਦੀ ਹੈ, ਠੀਕ ਹੈ, ਨਾਈਟ੍ਰੋਜਨ ਆਕਸਾਈਡ ਬਣਾ ਲੈਂਦੀ ਹੈ। ਇਹ ਸੀ ਸਾਡੀ ਤਾਪ ਸੋਖੀ। ਜਦੋਂ ਤਾਪ ਸੋਖੀ ਕਿਰਿਆ ਤੁਸੀਂ ਲਿਖਣੀ ਆ, ਉਦੋਂ ਜਦੋਂ ਯੋਗਿਕ ਲਿਖੋਗੇ ਉਹਦੇ ਨਾਲ ਹੀ ਵਿਕਾਰਕਾਂ ਵਾਲੀ ਸਾਈਡ ਤੇ ਤੁਸੀਂ ਤਾਪ ਲਿਖੋਗੇ, ਰਾਈਟ। ਜਿਵੇਂ ਹੁਣ ਆਪਾਂ ਕੈਲਸ਼ੀਅਮ ਕਾਰਬੋਨੇਟ, ਠੀਕ ਹੈ, ਤੇ ਇਹਦੇ ਨਾਲ ਪਲੱਸ ਤਾਪ ਲਿਖਿਆ, ਤੇ ਨਾਈਟ੍ਰੋਜਨ ਪਲੱਸ ਆਕਸੀਜਨ ਦੇ ਨਾਲ ਅਸੀਂ ਤਾਪ ਊਰਜਾ ਲਈ ਹੈ ਵੀ ਕਿਰਿਆ ਨੂੰ ਹੋਣ ਦੇ ਲਈ ਤਾਪ ਊਰਜਾ ਦੀ ਲੋੜ ਹੈ। ਅੱਗੇ ਹੈ ਸਾਡੀ ਤਾਪ ਨਿਕਾਸੀ ਕਿਰਿਆ। ਜਿਹੜੀਆਂ ਕਿਰਿਆਵਾਂ ਵਿੱਚ ਉਤਪਾਦਾਂ ਦੀ ਉਤਪਤੀ ਦੇ ਨਾਲ ਤਾਪ ਊਰਜਾ ਵੀ ਪੈਦਾ ਹੁੰਦੀ ਹੈ, ਉਸ ਨੂੰ ਤਾਪ ਨਿਕਾਸੀ ਕਿਰਿਆ ਕਹਿੰਦੇ ਆ। ਜਿਹੜੀ ਸਾਡੀ ਤਾਪ ਸੋਖੀ ਕਿਰਿਆ ਸੀ, ਉਹਦੇ ਵਿੱਚ ਅਸੀਂ ਕਿਰਿਆ ਨੂੰ ਕਰਨ ਦੇ ਲਈ ਤਾਪ ਸੋਖਦੇ ਸੀ, ਠੀਕ ਹੈ। ਇਹਦੇ ਵਿੱਚ ਕੀ ਆ, ਕਿਰਿਆ ਹੋ ਜਾਂਦੀ ਆ ਤੇ ਤਾਪ ਊਰਜਾ ਪੈਦਾ ਹੁੰਦੀ ਹੈ, ਠੀਕ ਹੈ, ਤਾਪ ਦਾ ਨਿਕਾਸ ਹੁੰਦਾ ਹੈ, ਜਿਵੇਂ ਕਿ ਇਸ ਦੇ ਨਾਮ ਤੋਂ ਪਤਾ ਲੱਗ ਰਿਹਾ ਹੈ। ਕਾਰਬਨ ਪਲੱਸ ਆਕਸੀਜਨ ਕੀ ਬਣੀ ਹੈ? ਕਾਰਬਨ ਡਾਈਆਕਸਾਈਡ। ਜਦੋਂ ਕਾਰਬਨ ਨੇ ਹਵਾ ਵਿਚਲੀ ਆਕਸੀਜਨ ਦੇ ਨਾਲ ਕਿਰਿਆ ਕੀਤੀ ਤਾਂ ਕਾਰਬਨ ਡਾਈਆਕਸਾਈਡ ਤੇ ਤਾਪ ਊਰਜਾ ਪੈਦਾ ਹੋਈ। ਯਾਦ ਰਹੇ, ਜਦੋਂ ਤਾਪ ਨਿਕਾਸੀ ਹੈ ਉਦੋਂ ਤੁਸੀਂ ਤਾਪ ਊਰਜਾ ਉਤਪਾਦਾਂ ਵਾਲੇ ਪਾਸੇ ਲਿਖਣੀ ਹੈ। ਤੁਹਾਨੂੰ ਪਤਾ ਨਾ, ਤੀਰ ਦੇ ਖੱਬੇ ਪਾਸੇ ਸਾਡੇ ਅਭਿਕਾਰਕ ਹੁੰਦੇ ਆ, ਤੀਰ ਦੇ ਸੱਜੇ ਪਾਸੇ ਸਾਡੇ ਉਤਪਾਦ ਹੁੰਦੇ ਆ, ਰਾਈਟ। ਜਦੋਂ ਤਾਪ ਸੋਖੀ ਕਿਰਿਆ ਹੈ ਉਦੋਂ ਸਾਡੀ ਜਿਹੜੀ ਤਾਪ ਊਰਜਾ ਅਭਿਕਾਰਕਾਂ ਵਾਲੇ ਪਾਸੇ ਪਲੱਸ ਹੋਣੀ ਚਾਹੀਦੀ ਹੈ, ਬਟ ਜਦੋਂ ਸਾਡੇ ਕੋਲੇ ਤਾਪ ਨਿਕਾਸੀ ਕਿਰਿਆ ਉਦੋਂ ਸਾਡੀ ਜਿਹੜੀ ਤਾਪ ਊਰਜਾ ਅਭਿਕਾਰਕਾਂ ਵਾਲੇ ਪਾਸੇ ਹੋ, ਕਿਉਂਕਿ ਜਿਹੜੀ ਚੀਜ਼ ਬਣਦੀ ਆ, ਠੀਕ ਹੈ, ਉਪਜਦੀ ਆ ਕਿਰਿਆ ਦੌਰਾਨ, ਉਹਨੂੰ ਅਸੀਂ ਅਭਿਕਾਰਕਾਂ ਵਾਲੇ ਉਤਪਾਦਾਂ ਵਾਲੇ ਪਾਸੇ ਲਿਖਾਂਗੇ। ਜਿਵੇਂ ਕਿ ਹੁਣ ਅਸੀਂ ਲਿਖਿਆ ਕਾਰਬਨ ਪਲੱਸ ਆਕਸੀਜਨ ਕੀ ਬਣਿਆ? ਕਾਰਬਨ ਡਾਈਆਕਸਾਈਡ ਪਲੱਸ ਤਾਪ ਊਰਜਾ, ਊਰਜਾ ਦਾ ਨਿਕਾਸ ਹੋਇਆ। ਜੇ ਤੁਸੀਂ ਤਾਪ ਊਰਜਾ ਨੂੰ ਇੱਧਰਲੇ ਪਾਸੇ ਲਿਖ ਦਿੱਤਾ ਤਾਂ ਤੁਹਾਡਾ ਜਿਹੜਾ ਰਿਐਕਸ਼ਨ ਆ ਉਹ ਗਲਤ ਹੋ ਜੂਗੀ, ਠੀਕ ਹੈ। ਯਾਦ ਰਹੇ, ਤਾਪ ਸੋਖੀ ਕਿਰਿਆ ਦੇ ਵਿੱਚ ਤੁਸੀਂ ਯੋਗਿਕ ਦੇ ਨਾਲ ਤਾਪ ਅਭਿਕਾਰਕਾਂ ਵਾਲੇ ਪਾਸੇ ਲਿਖਣਾ। ਤਾਪ ਨਿਕਾਸੀ ਕਿਰਿਆ ਵਿੱਚ ਤੁਸੀਂ ਤਾਪ ਊਰਜਾ ਸੱਜੇ ਪਾਸੇ ਐਰੋ ਦੇ ਕਹਿਣ ਦਾ ਭਾਵ ਉਤਪਾਦਾਂ ਵਾਲੇ ਪਾਸੇ ਲਿਖਣਾ। ਇਸ ਦੀ ਸੈਕਿੰਡ ਐਗਜ਼ਾਮਪਲ ਆ C6H12O6, ਸਾਡਾ ਗਲੂਕੋਜ਼ ਆ ਜੀ। ਜਦੋਂ ਹਵਾ ਵਿੱਚ ਆਕਸੀਜਨ ਨਾਲ ਕਿਰਿਆ ਕਰਦਾ, ਇਹ ਕੀ ਕਰਦਾ? ਕਾਰਬਨ ਡਾਈਆਕਸਾਈਡ ਤੇ ਵਾਟਰ ਦੇ ਮਾਲੀਕੂਲ, 6 ਮਾਲੀਕੂਲ ਕਾਰਬਨ ਡਾਈਆਕਸਾਈਡ ਦੇ ਤੇ 6 ਪਾਣੀ ਦੇ, ਤੇ ਤਾਪ ਊਰਜਾ ਪੈਦਾ ਹੁੰਦੀ ਹੈ, ਠੀਕ ਹੈ। ਜਦੋਂ ਅਸੀਂ ਸਾਹ ਦੌਰਾਨ ਸਾਡੇ ਸਰੀਰ ਵਿੱਚ ਤਾਪ ਊਰਜਾ ਪੈਦਾ ਹੁੰਦੀ ਹੈ, ਇਹਦੇ ਬਾਰੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਡਿਟੇਲ 'ਚ ਅੱਗੇ ਆਪਾਂ ਨੂੰ ਇੱਕ ਕੁਐਸਚਨ ਆ ਉਹਦੇ ਬਾਰੇ ਉਹਦੇ 'ਚ ਡਿਸਕਸ ਕਰਾਂਗੇ। ਉਹ ਕੁਐਸਚਨ ਬਹੁਤ ਮੇਰੀ ਪੇਪਰ ਦੇ ਵਿੱਚ ਵੀ ਆਇਆ ਹੈ। ਹੁਣ ਤੁਸੀਂ ਸਾਰੇ ਬੱਚੇ ਸਮਝ ਗਏ ਹੋਣਗੇ ਕਿ ਤਾਪ ਸੋਖੀ ਤੇ ਤਾਪ ਨਿਕਾਸੀ ਕਿਰਿਆ ਹੈ। ਯਾਦ ਰਹੇ ਰਾਜੇ, ਜਦੋਂ ਵੀ ਉਦਾਹਰਨ ਦੇਣੀ ਹੈ ਯੋਗਿਕ ਦੇ ਨਾਲ ਖੱਬੇ ਪਾਸੇ ਅਭਿਕਾਰਕਾਂ ਵਾਲੇ ਪਾਸੇ ਜਦੋਂ ਤਾਪ ਪਲੱਸ ਹੋਇਆ ਤਾਂ ਉਹ ਤਾਪ ਸੋਖੀ ਕਿਰਿਆ ਹੋਊਗੀ। ਜਦੋਂ ਸਾਡੇ ਤਾਪ ਊਰਜਾ ਨੂੰ ਉਤਪਾਦਾਂ ਵਾਲੇ ਪਾਸੇ ਲਿਖਿਆ ਤਾਂ ਉਦੋਂ ਸਾਡੀ ਕਿਰਿਆ ਕਿਹੜੀ ਹੋਊਗੀ? ਤਾਪ ਨਿਕਾਸੀ। ਇਹ ਚੀਜ਼ਾਂ ਦੋਨੋਂ ਯਾਦ ਰੱਖਿਓ, ਇੰਪੋਰਟੈਂਟ ਹਿੱਸਾ ਇਸ ਪਾਰਟ ਦਾ। ਅਗਲਾ ਹੈ ਸਾਡਾ ਕੁਐਸਚਨ ਹੈ, ਸਾਹ ਕਿਰਿਆ ਨੂੰ ਅਸੀਂ ਜਿਹੜੀ ਸਾਹ ਕਿਰਿਆ ਉਹਨੂੰ ਤਾਪ ਨਿਕਾਸੀ ਕਿਰਿਆ ਕਿਉਂ ਸਮਝਿਆ ਜਾਂਦਾ? ਉਹਨੂੰ ਕਿਉਂ ਆਖਦੇ ਆ? ਸਮਝਾਓ ਸਾਨੂੰ। ਸਾਨੂੰ ਪਤਾ ਹੈ ਵੀ ਜੇ ਅਸੀਂ ਜਿਉਂਦੇ ਰਹਿਣਾ ਤਾਂ ਉਹਦੇ ਲਈ ਸਾਨੂੰ ਊਰਜਾ ਦੀ ਲੋੜ ਹੈ, ਭੋਜਨ ਦੀ ਲੋੜ ਹੈ। ਕਿਉਂ ਲੋੜ ਹੈ? ਸਾਨੂੰ ਇਹਨਾਂ ਤੋਂ
ਊਰਜਾ ਮਿਲਦੀ ਹੈ। ਕੰਮ ਊਰਜਾ ਸਾਡੀ ਕੀ ਹੁੰਦੀ ਹੈ? ਕੰਮ ਕਰਨ ਦੀ ਸਮਰੱਥਾ ਨੂੰ ਅਸੀਂ ਕੀ ਕਹਿੰਦੇ ਆ? ਊਰਜਾ। ਤੇ ਜੇ ਅਸੀਂ ਜਿਉਂਦੇ ਰਹਿਣਾ ਤਾਂ ਜਿਉਂਦੇ ਰਹਿਣ ਲਈ ਸਾਨੂੰ એનર્ਜੀ ਦੀ ਲੋੜ ਆ, ਊਰਜਾ ਦੀ ਲੋੜ ਹੈ। ਠੀਕ ਹੈ, ਇਹ ਊਰਜਾ ਖਾਧੇ ਹੋਏ ਭੋਜਨ ਤੋਂ ਪ੍ਰਾਪਤ ਹੁੰਦੀ ਹੈ। ਜਿਹੜਾ ਅਸੀਂ ਭੋਜਨ ਖਾਂਦੇ ਆ ਸਾਨੂੰ ਇਹ ਊਰਜਾ ਉਸ ਤੋਂ ਮਿਲਦੀ ਹੈ। ਠੀਕ ਹੈ ਕਿ ਨਾ। ਪਾਚਨ ਕਿਰਿਆ ਦੌਰਾਨ ਭੋਜਨ ਸਰਲ ਪਦਾਰਥਾਂ ਵਿੱਚ ਟੁੱਟ ਜਾਂਦਾ ਹੈ। ਕਹਿੰਦਾ ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਪਾਚਨ ਜਦੋਂ ਹੁੰਦਾ ਤਾਂ ਉਹ ਸਰਲ ਪਦਾਰਥਾਂ ਵਿੱਚ ਟੁੱਟ ਜਾਂਦਾ, ਕਿਉਂਕਿ ਉਹਦਾ ਅੱਗੇ ਪਾਚਨ ਜਿਹੜਾ ਸਹੀ ਢੰਗ ਨਾਲ ਹੋ ਸਕੇ। ਉਦਾਹਰਨ ਵਜੋਂ ਆਪਾਂ ਮੰਨ ਕੇ ਚੱਲਦੇ ਹਾਂ, ਜਿਹੜੇ ਚਾਵਲ ਅਸੀਂ ਖਾਂਦੇ, ਆਲੂ ਖਾਂਦੇ ਆ, ਬ੍ਰੈਡ ਖਾਂਦੇ ਆ, ਉਹਨਾਂ ਵਿੱਚ ਕੀ ਹੁੰਦਾ? ਕਾਰਬੋਹਾਈਡਰੇਟਸ ਹੁੰਦੇ ਆ, ਰਾਈਟ। ਇਹ ਜਿਹੜੇ ਕਾਰਬੋਹਾਈਡਰੇਟਸ ਆ ਇਹ ਟੁੱਟ ਕੇ ਕਾਹਦੇ ਵਿੱਚ ਬਦਲ ਜਾਂਦੇ ਆ? ਗਲੂਕੋਜ਼ ਬਣਾਉਂਦੇ ਆ, ਰਾਈਟ। ਤੇ ਜਦੋਂ ਇਹ ਸਾਡੇ ਸਰੀਰ ਦੇ ਸੈੱਲਾਂ ਵਿਚਲੀ ਜਿਹੜੀ ਆਕਸੀਜਨ ਆ, ਇਹ ਸਾਡੇ ਕੀ ਹੈ? ਜਿਹੜਾ ਗਲੂਕੋਜ਼ ਆ ਇਹ ਸਾਡੀ ਸੈੱਲਾਂ ਵਿਚਲੀ ਆਕਸੀਜਨ ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ, ਵਾਟਰ ਤੇ ਊਰਜਾ ਦਿੰਦਾ ਸਾਨੂੰ। ਠੀਕ ਹੈ, ਕੀ ਹੈ? ਕਹਿੰਦੇ ਸਾਡੇ ਸਰੀਰ ਦੇ ਸੈੱਲਾਂ ਵਿਚਲੀ ਆਕਸੀਜਨ, ਠੀਕ ਹੈ, ਇਸ ਗਲੂਕੋਜ਼ ਨਾਲ ਜਾ ਮਿਲਦੀ ਹੈ ਤੇ ਊਰਜਾ ਕੀ ਹੈ? ਪੈਦਾ ਹੁੰਦੀ ਹੈ, ਸਾਨੂੰ એનર્ਜੀ ਮਿਲਦੀ ਹੈ। ਇਸ ਕਿਰਿਆ ਦਾ ਵਿਸ਼ੇਸ਼ ਨਾਮ ਕੀ ਹੈ? ਸਾਹ ਕਿਰਿਆ। ਠੀਕ ਹੈ, ਕਹਿੰਦੇ ਕਿਰਿਆ, ਕਿਉਂਕਿ ਇਸ ਕਿਰਿਆ ਵਿੱਚ ਊਰਜਾ ਪੈਦਾ ਹੁੰਦੀ ਹੈ, ਇਸ ਲਈ ਇਸ ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਮੰਨਿਆ ਜਾਂਦਾ ਹੈ। ਯਾਦ ਰਹੇ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜਦੋਂ ਅਸੀਂ ਕਿਸੇ ਵੀ ਕਿਰਿਆ ਦੌਰਾਨ ਤਾਪ ਊਰਜਾ ਨੂੰ ਉਤਪਾਦਾਂ ਵਾਲੇ ਪਾਸੇ ਲਿਖਦੇ ਹਾਂ ਤਾਂ ਉਹ ਸਾਡੀ ਕਿਰਿਆ ਕਿਹੜੀ ਆ? ਤਾਪ ਨਿਕਾਸੀ ਕਿਰਿਆ ਹੈ। ਠੀਕ ਆ, ਅਸੀਂ ਉਹਨੂੰ ਤਾਪ ਨਿਕਾਸੀ ਕਿਰਿਆ ਕਹਾਂਗੇ। ਇਸੇ ਕਰਕੇ ਸਾਡਾ ਕੁਐਸਚਨ ਸੀ, ਸਾਹ ਕਿਰਿਆ ਨੂੰ ਅਸੀਂ ਤਾਪ ਨਿਕਾਸੀ ਕਿਰਿਆ ਕਹਿੰਦੇ ਹਾਂ। ਬਹੁਤ ਹੀ ਸਿੰਪਲ ਕੁਐਸਚਨ ਆ। ਸਾਰੇ ਬੱਚਿਆਂ ਨੇ, ਮੈਂ ਅੱਜ ਤੁਹਾਨੂੰ 3 ਕੁਐਸਚਨ ਕਰਵਾਏ ਆ, ਉਹੀ ਕੁਐਸਚਨ ਕਰਵਾਏ ਆ ਜਿਹੜੇ ਕੁਐਸਚਨ ਇੰਪੋਰਟੈਂਟ ਆ, ਤੁਹਾਡੇ ਲਈ ਜ਼ਰੂਰੀ ਹੈ, ਰਾਈਟ। ਸਾਰੇ ਬੱਚਿਆਂ ਨੇ ਇਹ ਕੁਐਸਚਨ ਆ ਜਿਹੜੇ ਆਪਣੀ ਫੇਅਰ ਨੋਟਬੁੱਕ ਤੇ ਲਿਖਣੇ ਆ। ਰਾਜੇ ਹੋਮ ਟਾਸਕ ਤੁਹਾਡਾ ਇਹੀ ਹੈ ਸੇਮ, ਕਿਉਂਕਿ ਮੈਂ ਕੁਐਸਚਨ ਲਿਖ ਕੇ ਹੀ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ। ਹੋਮ ਟਾਸਕ ਦੇ ਵਿੱਚ ਵੀ ਤੁਹਾਨੂੰ ਇਹੀ ਆਊਗਾ, ਤਾਪ ਸੋਖੀ ਅਤੇ ਤਾਪ ਨਿਕਾਸੀ ਕਿਰਿਆ ਬਾਰੇ ਦੱਸੋ। ਠੀਕ ਹੈ ਜੀ, ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਕਿਉਂ ਸਮਝਿਆ ਜਾਂਦਾ ਹੈ? ਸੌਖੇ ਜਿਹੇ ਕੁਐਸਚਨ ਆ, ਇੰਪੋਰਟੈਂਟ ਕੁਐਸਚਨ ਆ। ਜਿਹੜਾ ਫਸਟ ਚੈਪਟਰ ਆ ਸਾਡੀ ਕੈਮਿਸਟਰੀ ਦਾ, ਰਸਾਇਣਿਕ ਵਿਗਿਆਨ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਪਾਰਟ ਹੈ। ਠੀਕ ਆ, ਜਿਹੜੇ ਵੀ ਤੁਹਾਨੂੰ ਮੈਂ ਇਦੋਂ ਪਹਿਲਾਂ ਕਰਵਾਈਆਂ ਕਿਰਿਆ, ਜਿਵੇਂ ਸੰਯੋਜਨ ਕਿਰਿਆ, ਅਵਘਟਨ ਕਿਰਿਆ, ਠੀਕ ਹੈ, ਵਿਸਥਾਪਨ, ਦੋਹਰਾ ਵਿਸਥਾਪਨ, ਤਾਪ ਸੋਖੀ, ਤਾਪ ਨਿਕਾਸੀ, ਇਹ ਤਾਂ ਆਮ ਜਿਹੇ ਕੁਐਸਚਨ ਜਿਹੜੇ ਆ ਜਾਂਦੇ ਆ। ਜਿਵੇਂ ਹੁਣ ਅਸੀਂ ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਕਿਉਂ ਕਹਿੰਦੇ ਹਾਂ, ਕਿਉਂ ਸਮਝਿਆ ਜਾਂਦਾ, ਇਹ ਆਪਾਂ ਵੇਖ ਲਿਆ ਨਾ ਵੀ ਜਿਹੜੇ ਗਲੂਕੋਜ਼ ਆ ਇਹ ਸਾਨੂੰ ਗਲੂਕੋਜ਼ ਕਿੱਥੋਂ ਮਿਲਦਾ? ਜਦੋਂ ਜਿਹੜੇ ਸਾਡੇ ਕਾਰਬੋਹਾਈਡਰੇਟਸ ਆ, ਕਾਰਬੋਹਾਈਡਰੇਟਸ ਸਾਨੂੰ ਕਿੱਥੋਂ ਮਿਲਦੇ ਆ? ਚਾਵਲ ਤੋਂ, ਆਲੂ ਤੇ ਬ੍ਰੈਡ ਤੋਂ। ਇਹ ਫਿਰ ਕਾਰਬੋਹਾਈਡਰੇਟਸ ਟੁੱਟ ਕੇ ਕੀ ਬਣਾਉਂਦੇ ਆ? ਗਲੂਕੋਜ਼ ਕੀ ਕਰਦਾ? ਸਾਡੀ ਸੈੱਲਾਂ ਵਿਚਲੀ ਆਕਸੀਜਨ ਨਾਲ ਕਿਰਿਆ ਕਰ ਦਿੰਦਾ ਤੇ ਊਰਜਾ ਪੈਦਾ ਕਰਦਾ, ਨਾਲ ਉਹਦੇ ਕਾਰਬਨ ਡਾਈਆਕਸਾਈਡ ਮੁਕਤ ਹੁੰਦੀ ਹੈ ਤੇ ਵਾਟਰ ਮਾਲੀਕੂਲ। ਹੁਣ ਸਾਡੀ ਤਾਪ ਊਰਜਾ ਇੱਧਰਲੇ ਪਾਸੇ ਲਿਖਿਆ, ਸਾਨੂੰ ਇੱਥੋਂ ਹੀ ਜਜਮੈਂਟ ਹੋ ਗਈ ਵੀ ਕਿਹੜੀ ਕਿਰਿਆ? ਤਾਪ ਨਿਕਾਸੀ ਕਿਰਿਆ, ਕਿਉਂਕਿ ਇਸ ਕਿਰਿਆ ਵਿੱਚ ਊਰਜਾ ਪੈਦਾ ਹੁੰਦੀ ਹੈ। ਇਸ ਲਈ ਅਸੀਂ ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਕਹਿੰਦੇ ਹਾਂ। ਤੁਹਾਡੇ ਅੱਜ ਦੇ ਲੈਕਚਰ ਵਿੱਚ ਇੰਨਾ ਹੀ ਹੈ। ਸਾਰੇ ਬੱਚੇ ਜਿੰਨੇ ਵੀ ਮੈਂ ਕੰਮ ਕਰਵਾਉਂਦੀ ਹਾਂ ਰਾਜੇ ਨਾਲ ਦੀ ਨਾਲ ਕਰੀ ਚੱਲਿਆ ਕਰੋ। ਜਿਹੜਾ ਤੁਹਾਡਾ ਹੋਮਵਰਕ ਆ ਉਹ 4 ਵਜੇ ਤੱਕ ਮੇਰੇ ਕੋਲੇ ਪਹੁੰਚ ਜਾਇਆ ਕਰੇ। ਠੀਕ ਹੈ, ਹੁਣ ਆਪਾਂ ਰਾਜੇ ਬਹੁਤ ਹੀ ਸਲੋ ਚੱਲ ਰਹੇ ਹਾਂ, ਕਿਉਂਕਿ ਜਿਹੜਾ ਚੈਪਟਰ ਆ ਇਹ ਥੋੜ੍ਹਾ ਜਿਹਾ ਟਫ ਮੰਨਦੇ ਆ ਬੱਚੇ, ਅਸੀਂ ਉਸ ਹਿਸਾਬ ਨਾਲ ਚੱਲ ਰਹੇ ਹਾਂ। ਕੈਮਿਸਟਰੀ ਨੂੰ ਔਖਾ ਸਮਝਦੇ ਆ, ਸੋ ਇਸ ਕਰਕੇ ਪਲੀਜ਼ ਸਾਡਾ ਸਾਥ ਦਿਓ, ਚੰਗੀ ਤਰ੍ਹਾਂ ਯਾਦ ਕਰਵਾਇਆ ਕਰੋ। ਜੋ ਵੀ ਕੁਐਸਚਨ 2 ਜਾਂ 3 ਦਿੱਤੇ ਜਾਂਦੇ ਉਹਨਾਂ ਨੂੰ ਯਾਦ ਕਰਿਆ ਕਰੋ। ਠੀਕ ਹੈ, ਟੀਚਰ ਤੁਹਾਡੇ ਫਾਇਦੇ ਲਈ ਹੀ ਸਭ ਕੁਝ ਕਰਦੇ ਆ। ਤੁਸੀਂ ਇਹ ਨਾ ਸੋਚਿਆ ਕਰੋ ਵੀ ਟੀਚਰ ਨੇ ਸਾਨੂੰ ਅੱਜ ਇੰਨਾ ਕੰਮ ਕਰਾਤਾ। ਠੀਕ ਹੈ, ਸਿਆਣੇ ਬੱਚੇ ਬਣ ਕੇ ਜਿੰਨਾ ਟੀਚਰ ਨੇ ਕੰਮ ਕਰਾਇਆ, ਅੱਜ ਸਾਰਿਆਂ ਨੇ ਜਿੰਨਾ ਮੈਂ ਕੰਮ ਕਰਾਇਆ ਫੇਅਰ ਨੋਟਬੁੱਕ 'ਤੇ ਲਿਖਣਾ ਤੇ ਯਾਦ ਕਰਨਾ। ਥੈਂਕ ਯੂ ਵੈਰੀ ਮੱਚ।